अस्सलाम वालेकुम जी, कैसे हैं आप सब? मैं ठीक, शुक्र अल्हम्दुलिल्लाह। दुआ करती हूँ आप भी माशाल्लाह ठीक-ठाक रहें, खुश रहें। चलें जी बिस्मिल्लाह करते हैं और नाश्ता करते हैं। नाश्ता आज मैं ਤੁਹਾਨੂੰ ਸ਼ੁਰੂ ਚ ਕਹਿ ਛੜਿਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਮੈਂ ਕੱਲ ਵੀ ਕਿਹਾ ਸੀ ਤੇ ਮੈਨੂੰ ਪਤਾ ਹੈ ਬੜੇ ਮਾਸ਼ਾਅੱਲਾ ਆਏ ਨੇ, ਕਿਉਂਕਿ 65% ਮੈਂ ਵੇਖਣ ਨਹੀਂ ਸਕਦੀ। ਮੈਨੂੰ ਵੇਖਣਾ ਨਹੀਂ ਨਾ ਆਂਦਾ। ਮੈਨੂੰ ਕਿਸੇ ਨੇ ਕਿਹਾ ਵੇਖਿਆ ਕਿ ਇੰਜ ਵੇਖੀਦਾ ਕਿੰਨੇ ਪਰਸੈਂਟ ਜਿਹੜੇ ਸਬਸਕ੍ਰਾਈਬਰ ਤੇ ਕਿੰਨੇ ਅਨਸਬਸਕ੍ਰਾਈਬਰ। ਮੈਂ ਕਿਹਾ ਅੱਜ ਹਾਏ ਵੇਖੋ ਕੋਈ ਜੀ ਹਾਲ ਮੌਸਮ ਨਹੀਂ। ਤੇ ਬੜਾ ਮਜ਼ੇਦਾਰ ਹੋ ਗਿਆ ਵੇ। ਬਾਰਿਸ਼ ਸ਼ੁਰੂ ਹੋ ਗਈ ਏ ਤੇ ਕੋਈ ਠੰਡ ਨਹੀਂ, ਕੱਖ ਨਹੀਂ ਤੇ ਬੱਦਲ ਬੜਾ ਹਾਏ। ਕਿੰਨਾ ਸੋਹਣਾ ਮੌਸਮ ਹੈ, ਸੱਚੀ ਦਿਲ ਖੁਸ਼ ਹੋ ਗਿਆ। ਸਵੇਰ ਸਵੇਰ ਮੌਸਮ ਵੇਖ ਕੇ ਨਾ ਅਸੀਂ ਫੇਰ ਲੱਕੜੀਆਂ ਲਾ ਛੜੀਆਂ ਨੇ ਸਿੱਧੀਆਂ ਕਰਕੇ ਤੇ ਪਰਿੰਦੇ ਵੀ ਚਹਿਕਣ ਲੱਗ ਪਏ ਨੇ ਤੇ ਅਸੀਂ ਚਹਿਕ ਨਹੀਂ ਪਏ। ਹਾਏ ਅੰਦਰ ਚੱਲੀਏ। 11:30 ਹੋ ਗਏ ਨੇ। ਅੱਜ ਬੱਚਿਆਂ ਨੇ ਜਲਦੀ ਆ ਜਾਣਾ ਸੀ ਕਿਉਂਕਿ ਅੱਜ ਉਹਨਾਂ ਨੂੰ ਨਾ ਸੋਇਗਨਸ ਮਿਲਣੀਆਂ ਸਨ, ਜਿਹੜੀਆਂ ਉਹਨਾਂ ਨੂੰ 6 ਮਹੀਨੇ ਕੀ ਚੰਨ ਚੜਾਇਆ ਵੇ ਨਾ, ਉਹਦੀ ਰਿਪੋਰਟ ਆਣੀ ਅੱਜ। ਤੇ ਵੇਖੋ ਕੀ ਨਿਕਲਦਾ ਰਿਜ਼ਲਟ 'ਚ। ਤੇ ਮੈਂ ਅੱਜ ਜਲਦੀ ਵਾਲਾ ਨਾ ਇਹ ਵਾਲਾ ਬਣਾਉਣ ਦੀ ਮੈਨੂੰ ਐਸੀ ਇਹ ਮੰਗਾਇਆ ਪੈਕਟ। ਨਾਰਮਲ ਤੇ ਮੈਂ ਅੱਜ ਬਣਾਉਣੀਆਂ ਭਿੰਡੀਆਂ ਤੇ ਗੋਸ਼ਤ। ਬੱਚਿਆਂ ਨੇ ਨਾ ਜਲਦੀ ਤੇ ਮੈਂ ਕਿਹਾ ਅੱਜ ਇਹਨਾਂ ਦਾ ਇਹ ਬਣਾ ਕੇ ਨਾ ਤੇ ਉਹਨਾਂ ਨੂੰ ਮੈਂ ਠੜਕਾ ਛਣਾ। ਠੜਕਾਣਾ ਨਹੀਂ, ਉਹਨਾਂ ਦੀ ਮਰਜ਼ੀ ਦੀ ਚੀਜ਼ ਪਰ ਠੜਕਾਣ ਵਾਲੀ ਕਿਹੜੀ ਗੱਲ ਏ। ਇਹਨਾਂ ਨੂੰ ਬਸ ਬੋਇਲ ਕਰਨਾ ਵੇ ਤੇ ਇਹਦੇ ਵਿੱਚ ਵੀ ਇਹ ਪੈਕਟ ਨਿਕਲਿਆ ਸੌਸ ਦਾ, ਇਹ ਪਾਣਾ ਵੇ। ਇਹ ਵਿੱਚ ਜਿਹੜੇ ਮਸਾਲੇ ਜਾਤ ਨਹੀਂ ਉਹ ਸੁੱਟਣੇ ਨੇ ਤੇ ਚਲੋ ਜੀ ਸੌਸ ਹੋ ਜਾਣੀ ਰੈਡੀ ਤੇ ਮੇਰਾ ਕੰਮ ਨਿਬੜ ਜਾਣਾ ਸੱਚੀ। ਤੇ ਮੈਂ ਨਾਰਮਲ ਪ੍ਰੈਸ਼ਰ ਲਾਇਆ ਗੋਸ਼ਤ ਨੂੰ ਤੇ ਭਿੰਡੀਆਂ ਮੈਂ ਫਰਾਈ ਕਰਨੀਆਂ ਤੇ ਮੈਂ ਬਣਾਉਣਾ ਨਾਰਮਲ ਭਿੰਡੀਆਂ ਤੇ ਗੋਸ਼ਤ। ਫਿਲਹਾਲ मैंने से बच्चों का खाना बना ला। उन्होंने फ़ोन आ गए नहीं कि हम बैठ गए हैं बस में। ਮੌਸਮ ਤੁਸੀਂ ਵੇਖ ਲਿਆ ਵੇ। ਮੌਸਮ ਦੀ ਨਜ਼ਾਕਤ ਦੇ ਹਿਸਾਬ ਤਾਂ ਨਾਲ ਨਾ ਖਾਣਾ ਬਣਾਉਣ ਨੂੰ ਦਿਲ ਕਰਦਾ ਵੇ, ਲੇਕਿਨ ਜਦੋਂ ਤੁਹਾਡਾ ਦਿਲ ਕਰੇ ਨਾ ਕਿ ਇਹ ਪਕਾਣਾ ਵੇ ਕਿ ਮੌਸਮ ਦੇ ਹਿਸਾਬ ਨਾਲ ਮਜ਼ਾ ਵੀ ਆਏ, ਲੇਕਿਨ ਉਦੋਂ ਫਿਰ ਦਿਮਾਗ ਕੰਮ ਕਰਨਾ ਬਿਲਕੁਲ ਛੱਡ ਦਿੰਦਾ। ਉਹ ਫਿਰ ਇਸ ਸਿਚੁਏਸ਼ਨ 'ਚ ਪੈ ਜਾਂਦਾ। ਇੰਨੇ ਕੁ ਸਵਾਲ ਜਵਾਬ ਸ਼ੁਰੂ ਹੋ ਜਾਂਦੇ ਨੇ ਕਿ ਪਕਾਉਣਾ ਹੈ ਤੇ ਪਕਾਉਣਾ ਕੀ ਹੈ। ਇੱਕ ਤਾਂ ਇਹ ਸਭ ਤੋਂ ਵੱਡਾ ਜਿਹਾ ਕੁਐਸਚਨ ਮਾਰਕ ਸਾਡੇ ਸਵੇਰੇ ਮੱਥੇ 'ਤੇ ਲਿਖਿਆ ਜਾਂਦਾ ਹੋਵੇ ਨਾ। ਅੱਛਾ ਬੱਚੇ ਨੇ ਨਾ ਸਵੇਰੇ ਉੱਠਦੇ ਪੁੱਛਣਗੇ, ਸਕੂਲ ਜਾਂਦੇ ਪੁੱਛਣਗੇ, ਵਾਪਸੀ ਆਉਂਦੇ ਪੁੱਛਣਗੇ ਮੰਮਾ ਕਿਆ ਬਣਾਉਣਾ ਹੈ ਅੱਜ, ਜਾਂ ਰਾਤ ਨੂੰ ਸੌਣ ਲੱਗੇ ਪੁੱਛਣਗੇ ਮੰਮਾ ਸੁਬਾਹ ਕਿਆ ਬਣਾਉਣਾ ਹੈ। ਲੇਕਿਨ ਅਗਰ ਪੁੱਛੋ ਨਾ ਆਪ ਬਤਾ ਦਿਓ ਕਿਆ ਬਣਾਓ ਤੇ ਉਹਨਾਂ ਨੂੰ ਕੱਖ ਨਹੀਂ ਸਮਝ ਆਉਂਦੀ। ਤੇ ਮੈਨੂੰ ਇੰਨਾ ਹਾਸਾ ਵੀ ਆਉਂਦਾ ਹੈ। ਮੈਂ ਕਿਹਾ ਕਿ ਇਕੱਲੀ ਮੈਂ ਪੂਰੇ ਘਰ ਦਾ ਰੱਖ ਕੇ ਤੇ ਮੈਂ ਹਿਸਾਬ ਦਾ ਲਾਉਣਾ ਹੁੰਦਾ ਕਿੰਨੇ ਕੀ ਖਾਣਾ ਤੇ ਕਿੰਨੇ ਕੀ ਨਹੀਂ ਖਾਣਾ, ਮੈਂ ਉਹ ਪਕਾਵਾਂ। ਮੈਂ ਕਿਹਾ ਧੰਨ ਮੇਰਾ ਹੌਸਲਾ ਹੈ ਕਿ ਮੈਂ ਸਾਰਿਆਂ ਦਾ ਹਿਸਾਬ ਕਿਤਾਬ ਰੱਖਣੀ ਆ। ਖੈਰ ਅੱਜ ਦੀ ਸ਼ੁਰੂ ਕਰਨੇ ਆ। ਮੈਂ ਬੱਚਿਆਂ ਨੇ ਨੂਡਲ ਵਗੈਰਾ ਬਣਾਉਣ ਦਈ ਆ। ਬੱਚੇ ਸਕੂਲਾਂ 'ਚੋਂ ਆ ਗਏ ਨੇ। ਮੈਂ ਤੁਹਾਨੂੰ ਕਿਹਾ ਸੀ 11 ਵਜੇ ਬੱਚਿਆਂ ਨੇ ਆ ਜਾਣਾ ਵੇ। ਦੋਵਾਂ ਦੇ ਰਿਪੋਰਟਾਂ ਆ ਗਈਆਂ ਨੇ। ਬਾਜੀ ਇੱਥੇ ਕੋਕ ਲੋ ਕੇ ਨਾ ਤੇ ਉੱਚੀ ਕੂਕਾਂ ਮਾਰਨ ਦੇ ਕਿ ਮੈਨੂੰ ਨਾ ਇਹ ਮੂੰਹ ਜ਼ਬਾਨੀ ਨਾ ਦੱਸਣ ਕਿ ਸਾਡੇ ਕੀ ਆਈ ਇਹ ਰਿਪੋਰਟਸ ਮੈਨੂੰ ਡਾਇਰੈਕਟ ਵਹਾਨ ਨਾ। ਤੇ ਖੈਰ ਸ਼ੁਕਰ ਅਲਹਮਦੁਲਿਲਾ 6 ਮਹੀਨੇ ਦੇ ਹਿਸਾਬ ਨਾਲ ਬੱਚੇ ਅੱਛੀ ਲਾਈਨ 'ਤੇ ਚੜ੍ਹ ਗਏ ਨੇ, ਅੱਛੀ ਪੱਟਰੀ 'ਤੇ ਚੜ੍ਹ ਗਏ ਨੇ। ਕਿਉਂਕਿ ਸ਼ੁਰੂ ਵਿੱਚ ਥੋੜ੍ਹਾ ਮੁਸ਼ਕਿਲ ਹੁੰਦਾ ਬੱਚਿਆਂ ਨੂੰ, ਕਿਉਂਕਿ ਇੰਨੀ ਮੁਸ਼ਕਿਲ ਪੜ੍ਹਾਈ ਹੁੰਦੀ ਹੈ ਗਿਮਨਾਜ਼ੀਅਮ ਦੀ, ਤੇ ਉਹਨਾਂ ਨੂੰ ਹੈਂਡਲ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ। ਤੇ ਸ਼ੁਕਰ ਹੈ ਆ 6 ਮਹੀਨੇ ਦੀ ਰਿਪੋਰਟਾਂ ਵੇਖਣਾ ਦਿਲ ਖੁਸ਼ ਹੋ ਗਿਆ। ਮੈਂ ਕਿਹਾ ਚਲੋ ਜਿਹੜੀ ਕਮੀ ਪੇਸ਼ੀ ਰਹਿ ਗਈ ਹੈ ਉਹ ਥੋੜ੍ਹੀ ਸੀ ਹੁਣ ਅਗਲੇ 6 ਮਹੀਨੇ ਹੋਰ ਮਿਹਨਤ ਕਰਿਓ। ਤਾਂ ਖੈਰ ਬੱਚਿਆਂ ਨੂੰ ਤਾਂ ਐਪਰੀਸ਼ੀਏਟ ਹੀ ਕੀਤਾ ਵੇ ਕਿ ਵਾਹ ਜੀ ਵਾਹ ਕਿਹਾ ਵੇ। ਲੇਕਿਨ ਥੋੜ੍ਹੀ ਜਿੱਥੇ ਸਾਨੂੰ ਲੱਗਾ ਉੱਥੇ ਬੱਚਿਆਂ ਨੂੰ ਆਪਣੇ ਤੌਰ 'ਤੇ ਨਾ ਬੰਦਾ ਪਿਆਰ ਨਾਲ ਅੱਜ ਨਹੀਂ ਕੱਲ੍ਹ ਨਹੀਂ ਬੰਦਾ ਕਹਿ ਲੈਂਦਾ। ਲੇਕਿਨ ਇਹ ਵੇ ਕਿ ਸ਼ੁਕਰ ਇੰਨਾ ਨਹੀਂ ਉਹਨਾਂ ਨੂੰ ਮਿਹਨਤ ਕਰਨੀ ਪੈਣੀ ਜਿੰਨਾ ਇੱਕ ਹੁੰਦਾ ਹੈ ਨਾ। ਪਰ ਠੀਕ ਹੈ ਲਾਈਨ 'ਤੇ ਆ ਗਏ ਨੇ। ਤੇ ਚਲੋ ਜੀ ਗੋਸ਼ਤ ਜਿਹੜਾ ਪ੍ਰੈਸ਼ਰ ਮੈਂ ਖੋਲ੍ਹ ਦਿੱਤਾ ਸੀ ਉਹਨੂੰ ਮੈਂ ਉਸੇ ਕੜਾਹੀ ਦੇ ਵਿੱਚ ਉਲਟਾ ਲਿਆ ਜਿਹਦੇ ਵਿੱਚ ਮੈਂ ਨਾ ਭਿੰਡੀਆਂ ਫਰਾਈ ਕੀਤੀਆਂ ਸਨ। ਅੱਛਾ ਗੋਸ਼ਤ ਇਸ ਦਫਾ ਲੈ ਕੇ ਆਇਆ ਨਾ ਜ਼ਰਾ ਮਜ਼ਾ ਨਹੀਂ ਆਇਆ। ਮੈਂ ਨਾਰਮਲ ਪਾਕਿਸਤਾਨੀ ਨਾ ਦੁਕਾਨਾਂ 'ਤੇ ਜਾ ਕੇ ਗੋਸ਼ਤ ਦਾ ਬੜਾ ਮਜ਼ਾ ਆਉਂਦਾ ਸੀ। ਪੂਰਾ ਮਾਸ਼ਰਾ ਬੱਕਰਾ ਲੈ ਲਈਦਾ ਕਿ ਤਾਂ 2-3 ਮਹੀਨੇ ਸਾਡੇ ਆਰਾਮ ਨਾਲ ਲੰਘ ਜਾਣਗੇ। ਪਰ ਐਤਕੀ ਪਤਾ ਨਹੀਂ ਉਸ ਦਿਨ ਛੁੱਟੀਆਂ ਹੋਣੀਆਂ ਤਾਂ ਰਸ਼ ਇੰਨਾ ਸੀ। ਪੁਰਾਣੇ ਬੱਕਰੇ ਕਰ ਕੇ ਉਹਨਾਂ ਨੇ ਇੰਨਾ ਕੁ ਹਾਰਡ ਵਾਲਾ ਇੱਕ ਗੋਸ਼ਤ, ਤੁਸੀਂ ਅੰਦਾਜ਼ਾ ਲਾ ਲਓ ਕਿ ਇੰਨੇ ਕੁ ਗੋਸ਼ਤ ਨੂੰ ਮੈਂ ਅੱਧਾ ਘੰਟਾ ਪ੍ਰੈਸ਼ਰ ਲਾ ਕੇ ਤੇ ਮੈਨੂੰ ਗਾਲ ਲਿਆ ਵੀ। ਤੇ ਸੁਬਾਹ ਇਸ ਲਈ ਪਕਾਉਣਾ ਮੇਰਾ ਦਿਲ ਨਹੀਂ ਕਰਦਾ ਕਿ ਜਦੋਂ ਮੈਨੂੰ ਲੱਗਦਾ ਨਾ ਕਿ ਇੰਨੀ ਦੇਰ ਲੱਗਣੀ ਇਹਨੂੰ ਗਾਲਣ ਤੇ ਮੇਰਾ ਦਿਲ ਨਹੀਂ ਕਰਦਾ। ਪਹਿਲੀ ਵਾਰੀ ਗੋਸ਼ਤ ਮਤਲਬ ਆਇਆ ਨਹੀਂ। ਮੈਂ ਦੁਕਾਨ ਦਾ ਨਾਮ ਨਹੀਂ ਲੈਣਾ ਕਿਉਂਕਿ ਅੱਛਾ ਨਹੀਂ ਲੱਗਦਾ, ਕਿਉਂਕਿ ਹਰ ਵਾਰੀ ਬੜਾ ਹੀ ਅੱਛਾ ਨਾ ਕਦੀ ਚੀਜ਼ ਖ਼ਰਾਬ ਨਿਕਲ ਆਵੇ ਜਾਂ ਮਰਜ਼ੀ ਦੀ ਨਾ ਨਿਕਲੇ, ਫਿਰ ਉਹਨੂੰ ਨਹੀਂ ਅੱਛਾ ਲੱਗਦਾ ਕਿ ਤੁਸੀਂ ਉਹਨੂੰ ਬਾਰ-ਬਾਰ ਦੁਹਰਾਓ। ਤੇ ਖੈਰ ਐਤਕੀ ਤੇ ਜ਼ਰਾ ਮਜ਼ਾ ਨਹੀਂ ਆਇਆ। ਖੈਰ ਮੈਂ ਲੱਛੇਦਾਰ ਜਿਹੜੇ ਨਾ ਰੈੱਡ ਵਾਲੇ ਪਿਆਜ਼ ਉਹ ਕੱਟ ਕੇ ਨਾ ਉੱਤੇ ਤੇ ਲਾ ਕੇ ਨਿੰਬੂ ਦਾ ਤੇ ਤੜਕਾ ਨਿੰਬੂ ਦਾ ਨਿਚੋੜ ਲਾ ਕੇ ਮੈਨੂੰ ਤੜਕਾ ਲਾਤਾ। ਉਸ ਦੂਜੇ ਪਾਸੇ ਮੈਂ ਔਰੰਜ ਕੱਟੇ ਨੇ ਬੜੇ ਮਿੱਠੇ ਤੇ ਠੰਡੇ ਮਜ਼ੇਦਾਰ ਵਾਲੇ। ਮੈਂ ਕਿਹਾ ਚਲੋ ਜਿੰਨੀ ਦੇਰ ਦਮ ਆਉਂਦਾ ਭਿੰਡੀਆਂ ਨੂੰ ਤਰ੍ਹਾਂ ਆਪਣੀ ਕੀ ਕਹਿੰਦੇ ਵਾਈਟਾਮਿਨ ਸੀ ਜਿਹੜੀ ਨਾ ਪੂਰੀ ਕਰਕੇ ਆਉਂਦੀ ਹਾਂ ਜਿੰਨੀ ਕੁ ਕਿਚਨ 'ਚ ਮੈਂ ਖਲੋਤੀ ਹਾਂ। ਖੈਰ ਇੱਥੇ ਆ ਗਈ ਦਮ ਪੁੱਟ ਲਿਆ ਵੇ। ਇਹਨਾਂ ਨੂੰ ਬਸ ਹਲਕਾ ਜਿਹਾ ਹਿਲਾਣਾ ਜਲਾਣਾ ਵੇ ਤੇ ਮੇਰੀਆਂ ਭਿੰਡੀਆਂ ਗੋਸ਼ਤ ਬਲਕਿ ਪਿਆਜ਼ ਵੀ ਨਾਲ ਰੈਡੀ ਹੋ ਗਏ ਨੇ। ਤੇ ਇਸ ਤੋਂ ਬਾਅਦ ਮੈਂ ਜਾਣਾ ਸੀ ਮਾਰਕੀਟ। ਨਾ ਕੁਝ ਜਾਣਾ ਨਾਲ ਹੀ ਮਹੱਲੇ 'ਚ, ਦੂਰ ਨਹੀਂ ਜਾਣਾ। ਨਾਲ ਮੇਰੇ ਮਸ਼ਾਲ ਗਈ ਹੋਈ ਹੈ
ਇਹਨੇ ਜਾਣਾ ਸੀ ਆਪਣੀਆਂ ਕੁਛ ਚੀਜ਼ਾਂ ਲੈਣ ਤੇ ਮੈਂ ਜਾਣਾ ਸੀ ਆਪਣੀਆਂ ਚੀਜ਼ਾਂ ਲੈਣ। ਕੋਈ ਏਡੀਆਂ ਖਾਸ ਨਹੀਂ, ਬੱਚੇ ਦੀਆਂ ਚੀਜ਼ਾਂ ਫਰਿੱਜ ਵਿੱਚ ਮੁੱਕੀਆਂ ਹੋਣ ਨਾ, ਤੁਹਾਨੂੰ ਪਤਾ ਵੀ ਸਾਰਾ ਕੁਛ ਘਰ ਵਿੱਚ ਹੋਵੇ, ਬੱਚਿਆਂ ਦੀ ਕੋਈ ਚੀਜ਼ ਫਰਿੱਜ ਵਿੱਚ ਨਹੀਂ ਨਾ ਹੈ ਤੇ ਤੁਸੀਂ ਯਕੀਨ ਕਰੋ ਜਿੰਨਾ ਬੱਚੇ ਸਿਰ ਪਕਾ ਛੱਡਦੇ ਨਾ, घर में कुछ है ही नहीं है, फ्रिज में कुछ है ही नहीं, कब जाना लीडल, कब जाना आलडी। ਤੇ ਮੈਂ ਸੁਣ ਕੇ ਨਾ ਥੱਕ ਜਾਂਦੀ ਹਾਂ। ਮੈਂ ਕਿਹਾ ਬਿਹਤਰ ਕਿ ਮੈਂ ਇੱਥੇ ਨਾਲ ਜਾਂਦੀ ਹਾਂ, ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਦੇ ਜਿਹੜੀਆਂ ਨਾ ਫਰਿੱਜ ਵਿੱਚ ਰੌਣਕ ਮੇਲਾ ਲੱਗਣ ਵਾਲੀਆਂ ਨਾ, ਉਹ ਮੈਂ ਲਾ ਲਵਾਂ। ਅੱਛਾ, ਮੈਨੂੰ ਬੜਾ ਹਾਸਾ ਆਉਂਦਾ ਨਾ, ਬੱਚਿਆਂ ਨੂੰ ਬੜੀ ਆਦਤ ਹੈ ਕਿ ਫਰਿੱਜ ਮਤਲਬ ਫਰਿੱਜ ਵਿੱਚ ਕਿਹੜਾ ਫਰਿੱਜ ਚੀਜ਼ਾਂ ਪੈਦਾ ਕਰਦੀ। ਇੱਕ ਵਾਰ ਅਗਰ ਤੁਸੀਂ ਖੋਲ੍ਹ ਕੇ ਵੇਖ ਲਈਏ ਫਰਿੱਜ ਵਿੱਚ, ਅਗਰ ਤੁਹਾਨੂੰ ਕੋਈ ਚੀਜ਼ ਨਜ਼ਰ ਨਹੀਂ ਆਈ ਤਾਂ ਉਹਨੂੰ ਅੱਧੇ ਘੰਟੇ ਬਾਅਦ ਫਿਰ ਆ ਕੇ ਵੇਖਣਗੇ। ਅਤੇ ਮੈਨੂੰ ਇੰਨਾ ਹਾਸਾ ਆਉਂਦਾ, ਮੈਂ ਕਿ ਇਹਦੇ ਵਿੱਚ ਚੀਜ਼ਾਂ ਪੈਦਾ ਹੋ ਜਾਣੀਆਂ, ਤੁਸੀਂ ਦੁਬਾਰਾ ਆ ਕੇ ਵੇਖਦੇ ਹੋ ਹੈਂ। ਅਤੇ ਅਗਰ ਤੁਸੀਂ ਇਹੀ, ਮੇਰੀ ਜਠਾਣੀ ਕਹਿੰਦੀ ਹੁੰਦੀ ਜਦੋਂ ਮੈਂ ਘਰ ਜਾਂਦੀ ਨਾ, ਉਹ ਕਹਿੰਦੀ ਹੁੰਦੀ, ਮੈਂ ਤਾਂ ਕਹਿੰਦੀ ਤਸਲੇ ਜਿਹੜੇ ਖਾਣੇ ਦੇ ਨਾ ਭਰੇ ਭਰੇ ਡੱਬੇ ਉਹ ਵਿੱਚ ਰੱਖ ਛੱਡਣੀ ਕਿ ਫਰਿੱਜ ਵਿੱਚ ਰੌਣਕ ਲੱਗੀ ਰਹੇ। ਅਤੇ ਬੱਚਿਆਂ ਨੂੰ ਫਰਿੱਜ ਖੋਲ੍ਹ ਕੇ ਨਾ ਬਸ ਹੁੰਦਾ ਫਰਿੱਜ ਭਰੀ ਰਹਿਣੀ ਚਾਹੀਦੀ ਹੈ। ਮੈਨੂੰ ਬੜਾ ਅੱਛਾ ਆਈਡੀਆ ਲੱਗਾ ਵੀ ਗੱਲ ਤੇਰੀ ਸਹੀ ਹੈ, ਬਿਹਤਰ ਹੈ ਬੰਦਾ ਡੋਂਗੇ ਟੱਪੀਆਂ ਇਹਨਾਂ ਵਿੱਚ ਭਰ ਕੇ ਚੀਜ਼ਾਂ ਨਾ ਐਵੇਂ ਸਾਲਣ ਚਾਵਲ ਰੱਖ ਕੇ ਨਾ ਅਤੇ ਫਰਿੱਜ ਨੂੰ ਲਾ ਲਓ ਕਿ ਵਾਹ ਜੀ ਵਾਹ, ਫਰਿੱਜ ਵਿੱਚ ਰੌਣਕ ਲੱਗੀ, ਬੱਚੇ ਖੁਸ਼ ਅਸੀਂ ਖੁਸ਼। ਖੈਰ ਬੱਚੇ ਵੀ ਐਡੇ ਕੁ ਮਾਸੂਮ ਨਹੀਂ ਹੈ, ਬੱਚੇ ਆਪਣੇ ਮਤਲਬ ਦੀ ਚੀਜ਼ ਵੇਖਦੇ ਨੇ ਅਤੇ ਮਜ਼ਾਕ ਕਰਨ ਦੀ। ਖੈਰ ਇੱਥੋਂ ਅੰਡੇ ਵਗੈਰਾ ਲਏ, ਇਹਨਾਂ ਦੀਆਂ ਚੀਜ਼ਾਂ ਲਈਆਂ, ਨੁਟੈਲਾ ਖਤਮ ਹੋਇਆ ਸੀ, ਨੁਟੈਲਾ ਖਤਮ ਹੋਇਆ ਨਾ, ਉਹ ਵੀ ਮੇਰੇ ਬੜਾ ਮਸਲਾ ਹੁੰਦਾ ਕਿਉਂਕਿ ਆਪ ਕੁਛ ਨਾ ਲੱਭੇ ਬੱਚਿਆਂ ਨੂੰ ਕਿਹਾ ਚਲੋ ਨੁਟੈਲਾ ਲਗਾ ਲਓ ਟੋਸਟ 'ਤੇ ਜਾਨ ਛੁੱਟ ਜਾਂਦੀ, ਚਾਹੇ ਨੁਟੈਲਾ ਮੁੱਕਿਆ ਹੈ ਨਾ, ਫਿਰ ਉਹ ਵੀ ਬੜਾ ਮਸਲਾ ਹੁੰਦਾ। ਖੈਰ ਮਿਸਾਲ ਕੇ ਦੇਖੀਏ, ਮੈਨੇ ਨਾ ਇਸਕੋ ਸਿਰਫ ਇੱਕ ਦਫਾ ਬਤਾਇਆ ਕਿ ਜਦੋਂ ਵੀ ਤੁਸੀਂ ਅੰਡੇ ਲੈਣੇ ਦੀ ਪੈਕਿੰਗ ਖੋਲ੍ਹ ਕੇ ਵੇਖਣੇ ਨੇ ਕਿ ਕੋਈ ਟੁੱਟਿਆ ਤਾਂ ਨਹੀਂ ਹੈ। ਅਤੇ ਹੁਣ ਉਹਨੂੰ ਇੱਕ ਵਾਰੀ ਸਮਝਾਉਣ ਨਾਲ ਉਹਨੂੰ ਆਦਤ ਪੈ ਗਈ। ਖੈਰ ਤੁਹਾਨੂੰ ਦੱਸਿਆ ਨਾ, ਚੀਜ਼ਾਂ ਮੈਂ ਹਮੇਸ਼ਾ ਮੇਰੇ ਨਾਲ ਜਾਵੇ ਅਤੇ ਚੀਜ਼ਾਂ ਇਹੀ ਚੁੱਕਦੀ ਹੈ, ਇਹਨੂੰ ਪਤਾ ਹੁੰਦਾ ਵੇ ਕਿ ਕਿਹੜੀ ਚੀਜ਼ ਕਿੰਝ ਵੇਖਣੀ ਹੈ। ਅਤੇ ਖੈਰ ਵਾਪਸ ਆ ਗਏ ਬੱਚੇ, ਹੁਣ ਸਕੂਲਾਂ 'ਚੋਂ ਆ ਗਏ ਨੇ, ਆਪਣੇ ਕੰਮ ਸ਼ਮ ਕਰਨ ਦੇ, ਅਤੇ ਮੈਂ ਹੁਣ ਵਾਪਸ ਫਿਰ ਕਿਚਨ ਵਿੱਚ ਆ ਗਈ। ਹਸਬੇ ਮਾਮੂਲ ਡਿਊਟੀ ਤੁਹਾਨੂੰ ਪਤਾ ਕਦੀ ਖਤਮ ਹੋਈ ਨਹੀਂ ਸਾਡੀ 24 ਘੰਟੇ। ਮੈਨੂੰ ਲੱਗਦਾ ਰਾਤ ਨਾ ਪਵੇ, ਤੁਸੀਂ ਰਾਤ ਨੂੰ ਹੀ ਉੱਠ ਭਾਂਡੇ ਧੋਈਏ, ਉੱਠ ਭਾਂਡੇ ਚੁੱਕ ਮਸ਼ੀਨਾਂ 'ਚ ਰੱਖੀਏ, ਚੁੱਕ ਕੱਢ ਕੇ ਸਾਫ਼ ਕਰਕੇ ਅਸੀਂ ਅਲਮਾਰੀਆਂ 'ਚ ਲਾਈਏ। ਸਾਡਾ ਨਾ ਜ਼ਿੰਦਗੀ 'ਚ ਇਹੀ ਕੰਮ ਰਹਿ ਗਿਆ। ਅਤੇ ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਅੱਲਾਹ ਨੇ 6-7 ਘੰਟੇ ਸਾਨੂੰ ਸੌਣ ਲਈ ਦਿੱਤੇ ਨੇ, ਰਾਤ ਪਾ ਦਿੰਦੇ ਨੇ ਅਤੇ ਅਸੀਂ ਬੈੱਡ 'ਤੇ ਚਲੇ ਜਾਂਦੇ। ਨਹੀਂ ਅਤੇ ਸਾਡੀ ਤਾਂ ਆਦਤ ਇਹੀ ਰਹੇ ਨਾ ਕਿ ਹਰ ਘੰਟੇ ਬਾਅਦ ਅਸੀਂ ਕਿਚਨ ਸਾਫ਼ ਕਰਨਾ ਸੀ। ਅਤੇ ਤੁਹਾਨੂੰ ਪਤਾ ਕਿਚਨ ਦੀਆਂ ਮਾਸੀਆਂ ਵਾ, ਅਤੇ ਜੇ ਮਾਸੀਆਂ ਕੰਮ 'ਤੇ ਨਾ ਅਤੇ ਕਿਚਨ ਦਾ ਕੀ ਹਸ਼ਰ ਨਸ਼ਰ ਹੋਵੇ, ਉਹ ਸਾਡੇ ਘਰਾਂ ਦਾ ਹਾਲ ਹੈ। ਖੈਰ ਬਰਤਨ ਮੈਂ ਮਸ਼ੀਨ 'ਚ ਕੱਢ ਕੇ ਸਾਫ਼ ਕਰਨੀ ਆ। ਬਾਕੀ ਜਿਹੜੇ ਅੱਛਾ, ਮੈਨੂੰ ਕਿਸੇ ਨੇ ਕਿਹਾ ਸੀ ਕਿ ਆਪ ਖਾਣੇ ਵਾਲੇ ਜੋ ਗੰਦੇ ਬਰਤਨ लगाते ना मशीन में, वो ना दिखाया करे। मैनू बड़ी हैरत हुई, मैं क्या आया खाने वाले बर्तन ना दिखाया करूँ, गंदे कैसे होते हैं। तो अगर इतनी उलझन होती, मुझे नहीं उलझन होती, मैं भी तो देखती हूँ व्लॉगिंग लोगों की, लेकिन अच्छा नहीं लगता कैसे किसी को कह दे कि हाय थोड़े धोने वाले बर्तन ना खाया करो। खैर मैंने नहीं दिखाया, मैं क्या कहना मान लेने की याद करो, पर मैनू समझ नहीं है कि की लॉजिक सी कि खाने वाले बर्तन जो होते ना सिंक में पड़े वो ना दिखाया करे। मैं क्या बल्ले भाई मैं क्या नहीं वहावांगी, फिक्र ना करो, तुसी जंज तुसी कहो, जंज तुसी राजी हो जस्सी राजी। खैर बर्तन साफ़ सुथरे मैं आपको दिखा देती हूँ। मैं क्या इन्नियां बाजियां साड़ियां साफ़ सुथरियां ने कि साफ़ सुथरियां चीज़ां वेखना चाहदियां, बिल्कुल दूसरी नज़र नाल वो चीज़ां नहीं वेखनियां चाहदियां। हर हकीकत नूं कबूल करना चाहिदा कुड़ियो, रियलिटी ਜਿਹੜੀ ਹੈ ਨਾ ਉਹਨੂੰ ਐਕਸੈਪਟ ਕਰਿਆ ਕਰੋ, ਦੁਨੀਆ 'ਤੇ ਕੀ ਹੋਣ ਦਿਆ ਉਹ ਵੇਖਿਆ ਕਰੋ। ਚਲੋ ਜੀ ਬਰਤਨ ਸ਼ਰਤਨ ਮੈਂ ਕਰ ਲੈਨੇ ਸੈੱਟ, ਅਤੇ ਕਿਚਨ ਮੇਰਾ ਹੋ ਗਿਆ ਸਾਫ਼। ਅਤੇ ਮੈਨੂੰ ਤੁਸੀਂ ਨਾ ਹੁਣ ਇੱਥੇ ਇਜਾਜ਼ਤ ਦੇ ਦਿਓ, ਅਤੇ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਦੁਆਵਾਂ 'ਚ ਯਾਦ ਰੱਖਿਓ, ਅਤੇ ਆਪਣੀ ਵੀ ਧਿਆਨ ਕਰਿਆ ਕਰੋ, ਅਤੇ ਅੱਲਾ ਹਾਫਿਜ਼।